ਸਮੇਂ ਦੇ ਬਾਅਦ ਹੀ ਜੇ ਕਹੀਏ ਕਿ ਚੰਡੀਗੜ੍ਹ 에ਅਰਪੋਰਟ ਦੇ ਵਿਖੇ ਪਹੁੰਚਣਗੇ। ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ, ਕਿਉਂਕਿ ਹੁਣੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਕੰਗਨਾ ਰਣੌਤ ਪਹੁੰਚਣ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਦਾ ਇਹ ਵਿਵਾਦ ਚੱਲਿਆ ਸੁਸ਼ਾਂਤ ਰਾਜਪੂਤ ਮੌਤ ਮਾਮਲੇ ਤੋਂ ਬਾਅਦ ਕੰਗਨਾ ਲਗਾਤਾਰ ਉਹਦੇ ਤੇ ਬਿਆਨਬਾਜ਼ੀ ਕਰ ਰਹੀ ਹੈ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਹੁਣ ਹੌਲੀ ਹੌਲੀ ਮਾਮਲਾ ਹੈ ਜਿਹੜਾ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਤੁਸੀਂ ਦੇਖੋ ਕਿ ਅੱਗੇ ਪਾਇਲਟ ਹੈ, ਕਿਉਂਕਿ 22 ਸ਼੍ਰੇਣੀ ਦੀ ਸੁਰੱਖਿਆ ਜਿਹੜੀ ਹੈ ਸੈਂਟਰ ਗੌਰਮੈਂਟ ਵੱਲੋਂ ਕੰਗਨਾ ਰਣੌਤ ਨੂੰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਜਿਵੇਂ ਇਹ ਵਿਵਾਦ ਚੱਲਿਆ ਉਸ ਵਿਵਾਦ ਤੋਂ ਬਾਅਦ ਲਗਾਤਾਰ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਵਿੱਚ ਕੰਗਨਾ ਰਣੌਤ ਹੈਗੀ ਹੈ। ਕੱਲ ਇਹ ਪਹਿਲਾਂ ਆਪਣੇ ਮਨਾਲੀ ਤੋਂ ਮੰਡੀਘਰ ਪਹੁੰਚੀ। ਤੁਸੀਂ ਦੇਖੋ ਸਿੱਧੀਆਂ ਗੱਡੀਆਂ ਨੇ ਜਿਹੜੀਆਂ ਜਾ ਰਹੀਆਂ ਨੇਗੀਆਂ। ਅੱਗੇ ਪੰਜਾਬ ਪੁਲਿਸ ਦੀ ਪਾਇਲਟ ਲੱਗੀ ਹੋਈ ਹੈ, 2 ਪਾਇਲਟਾਂ ਪੰਜਾਬ ਪੁਲਿਸ ਦੀਆਂ ਨੇ। ਉਸ ਤੋਂ ਪਿੱਛੇ ਕੰਗਨਾ ਰਣੌਤ ਦੀ ਗੱਡੀ ਹੈਗੀ ਹੈ। ਕਿਹਾ ਜਾ ਸਕਦਾ ਸੁਰੱਖਿਆ, ਤੁਸੀਂ ਦੇਖੋ ਕਿ ਪਹਿਲਾਂ ਹੀ ਸੁਰੱਖਿਆ ਦੇ ਜਿਹੜੇ ਪੁਖਤਾ ਇੰਤਜ਼ਾਮਾਤ ਕੀਤੇ ਹੋਏ ਨੇ ਕਿ ਸੁਰੱਖਿਆ ਨੇ ਕੰਗਨਾ ਨੂੰ ਉਤਰਨ ਸਾਰ ਹੈ ਜਿਹੜਾ ਸੁਰੱਖਿਆ ਘੇਰੇ ਦੇ ਵਿੱਚ ਉਹਨਾਂ ਨੂੰ ਲਿਆ ਜਾ ਰਿਹਾ ਹੈਗਾ। ਕਿਹਾ ਜਾ ਸਕਦਾ ਕਿ ਜਿਵੇਂ ਕੰਗਨਾ ਰਣੌਤ ਲਗਾਤਾਰ ਸ਼ਿਵ ਸੈਨਾ ਦੇ ਨਾਲ ਹੁਣ ਲਗਾਤਾਰ ਵਿਵਾਦ ਚੱਲ ਰਿਹਾ, ਕਿਉਂਕਿ ਮੁੰਬਈ ਪਹਿਲੀ ਵਾਰ ਜਿਹੜੇ ਕਿ ਮੁੰਬਈ ਦੌਰਾ ਕਹਿ ਸਕਦੇ ਹੈਗੇ ਆ ਕਿ ਕੰਗਨਾ ਰਣੌਤ, ਕਿਉਂਕਿ ਅੱਜ ਦਾ ਦਿਨ ਹੀ ਉਹਨੇ ਕਿਹਾ ਸੀਗਾ ਕਿ ਮੈਂ ਮੁੰਬਈ ਪਹੁੰਚੂਗੀ ਤੇ ਸ਼ਿਵ ਸੈਨਾ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ। ਤਾਂ ਕਿਹਾ ਜਾ ਸਕਦਾ ਅੱਜ ਹੁਣ ਤੋਂ ਕੁਝ ਸਮੇਂ ਤੋਂ ਬਾਅਦ 12:20 ਦੀ ਫਲਾਈਟ ਆ। ਤੁਸੀਂ ਦੇਖੋ ਕਿ ਜਿਹੜਾ ਵਾਈਟ ਕਲਰ ਦਾ ਮਾਸਕ ਕੰਗਨਾ ਨੇ ਪਾਇਆ ਹੋਇਆ, ਸਾੜੀ ਪਾਈ ਹੋਈ ਹੈ ਤੇ ਕਿਹਾ ਜਾ ਸਕਦਾ ਕਿ ਇਸ ਪੂਰੇ ਵਿਵਾਦ ਤੋਂ ਬਾਅਦ ਪਹਿਲੀ ਦੌਰਾ ਕਹਿ ਸਕਦੇ ਹਾਂ ਕਿ ਮੁੰਬਈ ਦਾ ਹੈਗਾ। ਹਾਲਾਂਕਿ ਮੁਸ਼ਕਲਾਂ ਉੱਥੇ ਵੀ ਘੱਟ ਨਹੀਂ ਹੈਗੀਆਂ। BNC ਵੱਲੋਂ ਵੀ ਨੋਟਿਸ ਹੈ ਕੰਗਨਾ ਦੇ ਦਫ਼ਤਰ ਨੂੰ ਜਿਹੜਾ ਕਿ ਚਿਪਕਾਇਆ ਗਿਆ ਹੈਗਾ। ਤਾਂ ਦੂਜੇ ਪਾਸੇ ਡਰੱਗ ਮਾਮਲੇ ਦੇ ਵਿੱਚ ਵੀ ਉੱਥੋਂ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵੱਲੋਂ ਸਪਸ਼ਟ ਕੀਤਾ ਗਿਆ ਕਿ ਡਰੱਗ ਮਾਮਲੇ ਨੂੰ ਲੈ ਕੇ ਜਾਂਚ ਕਰਾਂਗੇ, ਕਿਉਂਕਿ ਇੱਕ ਪੁਰਾਣਾ ਜਿਹੜਾ ਜੇ ਕਹੀਏ ਅਧਿਐਨ ਸੁਮਨ ਜੋ ਕਿ ਸ਼ੇਖਰ ਸੁਮਨ ਦੇ ਬੇਟੇ ਨੇ, ਇੱਕ ਉਹਨਾਂ ਦਾ ਪੁਰਾਣਾ ਇੰਟਰਵਿਊ ਹੈ। ਉਸ ਇੰਟਰਵਿਊ ਤੋਂ ਬਾਅਦ ਜੇ ਕਿਹਾ ਜਾਵੇ ਕਿ ਮੁੰਬਈ ਜਿਹੜੇ ਸਰਕਾਰ ਨੇ ਕਿਹਾ ਕਿ ਅਸੀਂ ਡਰੱਗ ਮਾਮਲੇ 'ਚ ਕੰਗਨਾ ਦੀ ਜਾਂਚ ਕਰਵਾਵਾਂਗੇ। ਤੁਸੀਂ ਦੇਖ ਸਕਦੇ ਹੋਗੇ ਕਿ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕੰਗਨਾ ਰਣੌਤ ਸਾੜੀ ਪਾ ਕੇ ਪਹੁੰਚੇ ਨੇ ਤੇ ਕਿਹਾ ਜਾ ਸਕਦਾ ਕਿ ਅੱਜ ਤੋਂ ਬਾਅਦ ਕਿਤੇ ਨਾ ਕਿਤੇ ਪੂਰਾ ਜਿਹੜਾ ਇਹ ਵਿਵਾਦ ਚੱਲਦਾ ਆ ਰਿਹਾ ਹੈ, ਉਸ ਵਿਵਾਦ ਤੋਂ ਬਾਅਦ ਕਿਹਾ ਜਾਵੇ ਤੁਸੀਂ ਦੇਖੋ ਕਿ ਸਿਕਿਉਰਿਟੀ ਜਿਹੜੀ ਹੈ, ਕਿਉਂਕਿ 22 ਸ਼੍ਰੇਣੀ ਦੀ ਸਿਕਿਉਰਿਟੀ ਕੰਗਨਾ ਨੂੰ ਦਿੱਤੀ ਗਈ ਹੈ ਤਾਂ ਹੁਣ ਜਿਹੜਾ 에ਅਰਪੋਰਟ ਦਾਖਲ ਹੋ ਚੁੱਕੀ ਆ। ਹਾਲਾਂਕਿ 12:20 ਦੀ ਇੰਡੀਗੋ ਦੀ ਫਲਾਈਟ ਹੈ ਜਿਹਦੇ ਨਾਲ ਕੰਗਨਾ ਰਣੌਤ ਮੁੰਬਈ ਪਹੁੰਚੇਗੀ ਤੇ ਇਹ ਕਿਹਾ ਜਾ ਸਕਦਾ ਕਿ ਇਸ ਪੂਰੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਕੰਗਨਾ ਰਣੌਤ ਹੈ ਜਿਹੜਾ ਚੰਡੀਗੜ੍ਹ 에ਅਰਪੋਰਟ ਪਹੁੰਚੀ ਆ। ਹੁਣ ਤੋਂ ਕੁਝ ਸਮੇਂ ਤੋਂ ਬਾਅਦ, ਕਿਉਂਕਿ ਜਿਹੜੀਆਂ ਪ੍ਰਾਥਮਿਕਤਾਵਾਂ ਹੈਗੀਆਂ ਨੇ 1 ਘੰਟਾ ਪਹਿਲਾਂ ਕਿਹਾ ਜਾਂਦਾ ਹੈਗਾ ਕਿ ਪਹੁੰਚਣਾ ਚਾਹੀਦਾ ਤੇ ਪਹੁੰਚਿਆ। ਜਿਵੇਂ ਕੋਵਿਡ ਦੇ ਚੱਲਦੇ ਪਹਿਲਾਂ ਅੱਧਾ ਘੰਟਾ ਹੁੰਦਾ ਸੀਗਾ ਜਿਹੜੀ ਡੋਮੈਸਟਿਕ ਫਲਾਈਟਸ ਨੇ ਉਹਦੇ ਵਾਸਤੇ, ਤੇ ਹੁਣ 1 ਘੰਟੇ ਦਾ ਸਮਾਂ ਰੱਖਿਆ ਗਿਆ। ਅਸੀਂ ਚੰਡੀਗੜ੍ਹ 에ਅਰਪੋਰਟ ਖੜੇ ਹਾਂ, 10:50 ਦਾ ਟਾਈਮ ਹੋਇਆ। 12:20 ਜੇ ਕਹੀਏ 1.5 ਤੋਂ ਪੌਣੇ 2 ਘੰਟੇ ਪਹਿਲਾਂ ਕੰਗਨਾ ਰਣੌਤ ਪਹੁੰਚੀ ਹੈ, ਕਿਉਂਕਿ ਕਈ ਤਰ੍ਹਾਂ ਦੀ ਜਿਹੜੀ ਪਹਿਲਾਂ ਜ਼ਰੂਰੀ ਉਰੇ ਦੀ ਕਾਰਵਾਈ ਹੋਊਗੀ। ਤੁਹਾਨੂੰ ਦਿਖਾ ਦਈਏ, ਤੁਸੀਂ ਦੇਖੋ ਕਿ ਪਹਿਲਾਂ ਸਵੇਰ ਤੋਂ ਹੀ ਲਗਾਤਾਰ ਮੀਡੀਆ ਇੱਥੇ ਖੜਾ ਹੈਗਾ ਤੇ ਉਹ ਦੇਖੋ ਕੰਗਨਾ ਰਣੌਤ ਪੂਰੀ ਸਿਕਿਉਰਿਟੀ ਹੈ ਜਿਹੜੀ ਉਹਨਾਂ ਦੇ ਨਾਲ ਜਾ ਰਹੀ ਹੈਗੀ ਹੈ। ਕੰਗਨਾ ਰਣੌਤ ਦੇ ਨਾਲ ਉਹਨਾਂ ਦੀ ਜਿਹੜੀ ਪਰਸਨਲ ਅਸਿਸਟੈਂਟ ਹੈਗਾ ਉਹ ਨਾਲ ਹੈ, ਸੁਰੱਖਿਆ ਕਰਮੀ ਨਾਲ ਹੈਗੇ ਨੇ ਤੇ ਜਿਹੜੀਆਂ ਪ੍ਰਾਥਮਿਕਤਾਵਾਂ ਹੋਣਗੀਆਂ, ਕਿਉਂਕਿ ਹੁਣ ਸਿਕਿਉਰਿਟੀ ਘੇਰੇ 'ਚ ਹੈ ਕੰਗਨਾ ਰਣੌਤ, ਤਾਂ ਉਸ ਤੋਂ ਬਾਅਦ ਕਿਹਾ ਜਾ ਸਕਦਾ ਹੈਗਾ ਕਿ ਲਗਾਤਾਰ ਤਮਾਮ ਉਹ ਪ੍ਰੋਟੋਕੋਲ ਫੋਲੋ ਕੀਤੇ ਜਾ ਰਹੇ ਨੇ ਜਿਹੜੀ ਇੱਕ ਸੁਰੱਖਿਆ ਦੇ ਵਜੋਂ ਜ਼ਰੂਰੀ ਹੁੰਦੇ ਨੇ। ਪੂਰਾ ਵਿਵਾਦ ਤੁਹਾਨੂੰ ਦੱਸ ਦਈਏ ਕਿ BNC ਵੱਲੋਂ ਵੀ ਨੋਟਿਸ ਹੈ ਜਿਹੜਾ ਉਹਨਾਂ ਦੇ ਦਫ਼ਤਰ ਵੱਲੋਂ ਕਿ ਆਖਰਕਾਰ ਉਹਨਾਂ ਦੇ ਜਿਹੜੀਆਂ ਉੱਥੇ ਰੂਲ ਰੈਗੂਲੇਸ਼ਨ ਦੇ ਉਲਟ ਹੋ ਕੇ ਉਸਾਰੀ ਕਰੀ ਆ ਉਸ ਨੂੰ ਲੈ ਕੇ ਲਾਇਆ ਗਿਆ। ਦੂਜੇ ਪਾਸੇ ਮੁੰਬਈ ਸਰਕਾਰ ਹੁਣ ਜਾਂਚ ਕਰਵਾ ਰਹੀ ਹੈ ਇਸ ਪੂਰੇ ਮਾਮਲੇ ਦੀ। ਉੱਥੋਂ ਦੇ ਗ੍ਰਹਿ ਮੰਤਰੀ ਨੇ ਜਿਹੜੇ ਸਪਸ਼ਟ ਕਰ ਚੁੱਕੇ ਨੇ ਕਿ ਡਰੱਗ ਮਾਮਲੇ ਨੂੰ ਲੈ ਕੇ, ਹਾਲਾਂਕਿ ਕੰਗਨਾ ਰਣੌਤ ਨੇ ਸਿੱਧੀ ਚੁਣੌਤੀ ਦਿੱਤੀ ਹੈ ਕਿ ਆਖਰਕਾਰ ਜਾਂਚ ਕਰਵਾਉਣ, ਮੇਰੇ ਸੈਂਪਲ ਲੈਣ, ਮੇਰੀ ਕਾਲ ਡਿਟੇਲ ਚੈੱਕ ਕਰਨ, ਜੇਕਰ ਕਿਤੇ ਮੈਂ ਦੋਸ਼ੀ ਪਾਈ ਜਾਂਦੀ ਹਾਂ ਤਾਂ ਸਦਾ ਲਈ ਮੁੰਬਈ ਛੱਡ ਦੂੰ। ਸ਼ਿਵ ਸੈਨਾ ਲਗਾਤਾਰ ਵਿਰੋਧ ਕਰ ਰਹੀ ਹੈ ਜੇ ਕਿਹਾ ਜਾਵੇ ਕਿ ਆਖਰਕਾਰ ਕੰਗਨਾ ਰਣੌਤ ਦੀ ਜੋ ਬਿਆਨਬਾਜ਼ੀ ਹੈ, ਕਿਉਂਕਿ ਉੱਥੇ ਅਲੱਗ-ਅਲੱਗ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਨੇ ਹੈਗੀਆਂ। IT ਸੈੱਲ ਸ਼ਿਵ ਸੈਨਾ ਦਾ ਜਿਹੜਾ ਉਹਦੇ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਹੈ ਕਿ ਰਾਜ ਦੇਸ਼ ਧਰੋਹ ਦਾ ਪਰਚਾ ਉਹਨਾਂ 'ਤੇ ਹੋਣਾ ਚਾਹੀਦਾ ਹੈ, ਇਸ ਦੀ ਮੰਗ ਕੀਤੀ ਗਈ ਹੈ। ਤੁਸੀਂ ਦੇਖੋ ਸਾਹਮਣੇ ਤਸਵੀਰਾਂ ਕੰਗਨਾ ਰਣੌਤ ਉੱਪਰੋਂ ਹੁਣ ਜਾ ਰਹੀ ਹੈਗੀ। ਪਹਿਲਾਂ ਦੇਖਿਆ ਜਾਵੇ ਪਹਿਲਾਂ ਇਹ ਸੀਗਾ ਕਿ ਕਿਉਂਕਿ ਉੱਪਰੋਂ ਹੀ ਜਿਹੜੀ ਫਲਾਈਟ ਹੈ ਉਹ ਜਾਂਦੀ ਹੈਗੀ ਆ ਜਦੋਂ ਡੋਮੈਸਟਿਕ ਕੋਈ ਫਲਾਈਟ ਲੈਂਦੇ ਆ, ਪਰ ਸਿਕਿਉਰਿਟੀ ਰੀਜ਼ਨਾਂ ਦੇ ਚੱਲਦੇ 2 ਪਾਇਲਟ ਪੰਜਾਬ ਨੇ ਦਿੱਤੀਆਂ ਉਹਨਾਂ ਨੂੰ, ਪੰਜਾਬ ਪੁਲਿਸ ਨੇ, ਕਿਉਂਕਿ 22 ਸ਼੍ਰੇਣੀ ਦੀ ਸੁਰੱਖਿਆ ਹੁਣ ਉਹਨਾਂ ਦੇ ਕੋਲ ਆ। ਤਾਂ ਉਸ ਤੋਂ ਬਾਅਦ ਸੁਰੱਖਿਆ ਘੇਰੇ ਦੇ ਵਿੱਚ ਹੀ ਹੈ ਜਿਹੜਾ ਕੰਗਨਾ ਰਣੌਤ ਅੱਗੇ ਜਾ ਰਹੀ ਹੈਗੀ ਆ। ਕਹਿ ਸਕਦੇ ਹਾਂ ਇਸ ਪੂਰੇ ਵਿਵਾਦ ਤੋਂ ਬਾਅਦ ਦੇਖਿਆ ਜਾਵੇ, ਇਹ ਵਿਵਾਦ ਚੱਲਿਆ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ, ਜਿਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਕਿ ਲਗਾਤਾਰ ਕੰਗਨਾ ਰਣੌਤ ਨੇ ਵੀ ਜਿਹੜੀ ਹੈ ਫਿਲਮ ਇੰਡਸਟਰੀ ਨੂੰ ਲੈ ਕੇ ਤਮਾਮ ਬਿਆਨਬਾਜ਼ੀ ਕਰੀ ਸੀ। ਉਸ ਬਿਆਨਬਾਜ਼ੀ ਤੋਂ ਬਾਅਦ ਜੇ ਕਿਹਾ ਜਾਵੇ ਤਾਂ ਲਗਾਤਾਰ ਇਹੀ ਚੀਜ਼ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਸੀ। ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਦਿਖਾਈਆਂ, ਕਿਉਂਕਿ ਹੁਣ 에ਅਰਪੋਰਟ ਦੇ ਅੰਦਰ ਉਹ ਪਹੁੰਚ ਚੁੱਕੀਆਂ ਹੈਗੀਆਂ ਨੇ ਤੇ ਲਗਾਤਾਰ
ਹੁਣ ਕੋਸ਼ਿਸ਼ ਇਹ ਰਹੇਗੀ ਕਿ ਜਿਹੜੀਆਂ ਪ੍ਰਾਥਮਿਕਤਾਵਾਂ ਨੇ ਕੋਵਿਡ ਦੇ ਚੱਲਦੇ, ਕਿਉਂਕਿ ਸਮਾਂ ਪਹਿਲਾਂ ਚਾਹੀਦਾ ਹੁੰਦਾ, ਹਾਲਾਂਕਿ ਕੱਲ ਜੇ ਕਿਹਾ ਜਾਵੇ ਕਿ ਪੂਰੇ ਪਰਿਵਾਰ ਦੀ ਸੈਂਪਲਿੰਗ ਹੋਈ ਹੈ, ਰਿਪੋਰਟਸ ਆਈਆਂ ਨੇ। ਇਹ ਵੀ ਦੱਸਿਆ ਜਾ ਰਿਹਾ ਕਿ ਕੰਗਨਾ ਰਣੌਤ ਦੇ ਜਿਹੜੇ ਸੈਂਪਲ ਸੀਗੇ ਉਹ ਫੇਲ ਹੋ ਗਏ ਸੀਗੇ, ਫਿਰ ਦੁਬਾਰੇ ਤੋਂ ਫਿਰ ਸੈਂਪਲ ਲੈ ਗਏ, ਉਸ ਤੋਂ ਬਾਅਦ ਨੈਗੇਟਿਵ ਰਿਪੋਰਟ ਲੈ ਕੇ ਗਈਆਂ ਨੇ। ਹੁਣ ਤੁਹਾਨੂੰ ਦੱਸ ਦਈਏ ਕਿ ਜਦੋਂ ਮੁੰਬਈ ਪਹੁੰਚੇਗੀ ਕੰਗਨਾ ਰਣੌਤ ਤਾਂ ਉੱਥੇ ਦੀ ਜਿਹੜੀ ਮੇਅਰ ਨੇ BMC ਦੇ, ਉਹ ਇਹ ਕਹਿ ਚੁੱਕੇ ਹੈਗੇ ਨੇਗੇ ਕਿ ਆਖਰਕਾਰ ਕੰਗਨਾ ਨੂੰ ਵੀ ਬਾਕੀਆਂ ਵਾਂਗ 14 ਦਿਨ ਕੁਆਰੰਟਾਈਨ ਹੋਣਾ ਪਏਗਾ, ਕਿਉਂਕਿ ਉਹ ਹੋਰ ਕਿਸੇ ਸਟੇਟ ਤੋਂ ਆ ਰਹੇ ਨੇ। ਜੇਕਰ ਉੱਥੇ ਜਾ ਕੇ ਉਹ ਆਪਣੀ ਰਿਟਰਨ ਟਿਕਟ ਦਿਖਾ ਦਿੰਦੇ ਨੇ ਕਿ ਅਸੀਂ 7 ਦਿਨ ਦੇ ਵਿੱਚ ਮੈਂ ਵਾਪਸ ਹੋ ਜਾਊਂਗੀ, ਤਾਂ ਫਿਰ ਉਹਨਾਂ ਨੂੰ ਰਿਆਇਤ ਮਿਲ ਸਕਦੀ ਹੈ। ਨਹੀਂ ਉਹਨਾਂ ਦੇ ਮੁੰਬਈ ਪਹੁੰਚਦੀ ਹੈ ਜਿਹੜੀ ਕੁਆਰੰਟਾਈਨ ਦੀ ਸਟੈਂਪ ਉਹਨਾਂ ਦੇ ਹੱਥ ਤੇ ਲਾਈ ਜਾਊਗੀ। ਇਹ ਤੋਂ ਕਿਹਾ ਜਾਵੇ ਇਹ ਪੂਰਾ ਵਿਵਾਦ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ ਉੱਠਿਆ। ਹਾਲਾਂਕਿ ਕੰਗਨਾ ਰਣੌਤ ਦੇ ਨਾਲ ਪਹਿਲਾਂ ਵੀ ਅਸੀਂ ਦੇਖਿਆ ਕਈ ਤਰ੍ਹਾਂ ਦੇ ਵਿਵਾਦ ਜੁੜੇ ਰਹੇ ਨੇ, ਕਿਉਂਕਿ ਉਹ ਲਗਾਤਾਰ ਖੁੱਲੀ ਬਿਆਨਬਾਜ਼ੀ ਹੈ ਜਿਹੜੀ ਉਹ ਕਰਦੀ ਰਹੀ ਹੈਗੀਆਂ ਨੇ। ਇਹ ਤਸਵੀਰਾਂ ਸੀਗੀਆਂ ਚੰਡੀਗੜ੍ਹ 에ਅਰਪੋਰਟ ਦੀਆਂ, ਜਿੱਥੋਂ ਕਿ ਹੁਣ ਹਾਲਾਂਕਿ ਉਹ 에ਅਰਪੋਰਟ ਦੇ ਅੰਦਰ ਦਾਖਲ ਹੋ ਚੁੱਕੇ ਨੇ। ਤਮਾਮ ਜਿਹੜੀਆਂ ਪ੍ਰਾਥਮਿਕਤਾਵਾਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ। ਫਰਕ ਇੰਨਾ ਕੁ ਰਿਹਾ ਆਮ ਦਿਨਾਂ ਦੇ ਨਾਲੋਂ ਕਿ ਹੁਣ ਉਹਨਾਂ ਦੇ ਨਾਲ ਸੁਰੱਖਿਆ ਘੇਰਾ ਚੱਲਦਾ, ਜਿਹੜੀ 22 ਸ਼੍ਰੇਣੀ ਦੀ ਸੁਰੱਖਿਆ ਉਹਨਾਂ ਨੂੰ ਦਿੱਤੀ ਗਈ ਹੈ। ਜਦੋਂ ਮੰਡੀ ਤੋਂ ਉਹ ਆਪਣੇ ਘਰੋਂ ਨਿਕਲੀਆਂ ਨੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਵੇਂ ਹੀ ਦਾਖਲ ਹੋਈ, ਪੰਜਾਬ ਵੱਲੋਂ ਵੀ ਹੈ ਜਿਹੜੀ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਗਈ ਹੈਗੀ ਹੈ। ਤੇ ਤੁਸੀਂ ਅੱਗੇ ਦੇਖਿਆ ਕਿ 2 ਪਾਇਲਟਾਂ ਦੇ ਨਾਲ ਜਿਹੜੀ ਉੱਥੇ ਪਹੁੰਚੀ ਹੈਗੀ ਆ, ਚਿੱਟੇ ਰੰਗ ਦੀ ਸਾੜੀ ਉਹਨਾਂ ਨੇ ਪਾਈ ਹੋਈ ਸੀਗੀ। ਤੇ ਇਹੀ ਕਿਹਾ ਜਾ ਸਕਦਾ ਕਿ ਹੁਣ ਉਰੇ ਤੁਸੀਂ ਦੇਖਿਆ ਕਿ ਇਹ ਪੂਰਾ ਘੁੰਮ ਕੇ ਜਿਹੜੀ ਹੈ ਕੰਗਨਾ ਰਣੌਤ ਅੱਗੇ ਪਹੁੰਚੀ ਹੈਗੀ। ਲੰਬਾ ਵਿਵਾਦ ਕਿਹਾ ਜਾ ਸਕਦਾ ਹੈ ਕਿ ਫਿਲਮ ਇੰਡਸਟਰੀ ਦਾ ਅਸੀਂ ਦੇਖਦੇ ਹਾਂ ਕਿ ਫਿਲਮ ਇੰਡਸਟਰੀ ਦੇ ਵਿੱਚ ਤਮਾਮ ਇਸ ਤਰ੍ਹਾਂ ਦੇ ਵਿਵਾਦ ਰਹਿੰਦੇ ਨੇ। ਪਰ ਕਿਤੇ ਨਾ ਕਿਤੇ ਜਿਹੜੇ ਹੁਣ ਸੁਸ਼ਾਂਤ ਰਾਜਪੂਤ ਤੋਂ ਬਾਅਦ ਸਵਾਲ ਉੱਠੇ ਉਹਨਾਂ ਦੀ ਮੌਤ ਤੋਂ ਬਾਅਦ ਕਿ ਡਰੱਗ ਚੱਲਦਾ, ਰਿਆ ਦੀ ਗ੍ਰਿਫਤਾਰੀ ਹੋਈ, ਕੱਲ ਉਹਨਾਂ ਦੇ ਭਾਈ ਦੀ ਹੋ ਚੁੱਕੀ ਹੈ ਪਹਿਲਾਂ। ਉਸ ਤੋਂ ਬਾਅਦ ਕਿਹਾ ਜਾ ਸਕਦਾ ਕਿ ਕੰਗਨਾ ਰਣੌਤ ਨੇ ਵੀ ਡਰੱਗ ਨੂੰ ਲੈ ਕੇ ਬਿਆਨਬਾਜ਼ੀ ਕਰੀ ਸੀ। ਤਾਂ ਇੱਕ ਅਧਿਅਨ ਸੁਮਨ ਜੋ ਕਿ ਸ਼ੇਖਰ ਸੁਮਨ ਦੇ ਬੇਟੇ ਨੇ, ਉਹਨਾਂ ਨੇ ਕਿਸੇ ਇੰਟਰਵਿਊ 'ਚ ਕਿਹਾ ਸੀਗਾ ਕਿ ਮੇਰੇ ਨਾਲ ਮਾਰਕੁੱਟ ਕਰੀ ਸੀ ਕੰਗਨਾ ਨੇ, ਤੇ ਉਹ ਡਰੱਗ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕਰੀ ਸੀ ਕਿ ਇਹ ਡਰੱਗ ਲੈਂਦੀ ਆ। ਤਾਂ ਉਸ ਤੋਂ ਬਾਅਦ ਮੁੰਬਈ ਜਿਹੜੀ ਸਰਕਾਰ ਹੈ ਹੁਣ ਡਰੱਗ ਮਾਮਲੇ ਨੂੰ ਲੈ ਕੇ ਵੀ ਜਾਂਚ ਕੰਗਨਾ ਰਣੌਤ ਨੂੰ ਲੈ ਕੇ ਕਰਵਾਏਗੀ। ਸਪਸ਼ਟ ਕਰ ਦਿੱਤਾ ਉਸਨੇ ਗ੍ਰਹਿ ਮੰਤਰੀ ਨੇ। ਤਾਂ ਕਿਹਾ ਜਾ ਸਕਦਾ ਕਿ ਆਖਰਕਾਰ ਹੁਣ ਜਿਵੇਂ ਤੁਸੀਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹੈਗੀਆਂ ਕਿ ਇਹੀ ਰਸਤੇ ਤੋਂ ਜਿਹੜੀ ਕੰਗਨਾ ਰਣੌਤ ਅੰਦਰ ਗਈ ਹੈਗੀ ਆ। ਤੇ ਹੁਣ ਤੋਂ 12:20 ਤੇ ਜਿਹੜੀ ਫਲਾਈਟ ਹੈਗੀ ਆ, ਦੱਸੀ ਜਾ ਰਹੀ ਹੈ ਕਿ ਇੰਡੀਗੋ ਫਲਾਈਟ ਦੇ ਵਿੱਚ ਕੰਗਨਾ ਰਣੌਤ ਮੁੰਬਈ ਪਹੁੰਚੇਗੀ। ਕਿਹਾ ਜਾ ਸਕਦਾ ਇਸ ਪੂਰੇ ਵਿਵਾਦ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਇਹ ਪਹਿਲੀ ਫੇਰੀ ਹੈ ਜਦੋਂ ਹੁਣ ਕੰਗਨਾ ਰਣੌਤ ਉੱਥੇ ਜਾ ਰਹੀ ਹੈ, ਕਿਉਂਕਿ ਉਹਨੇ ਅੱਜ ਦਾ ਦਿਨ ਕਿਹਾ ਸੀਗਾ ਕਿ ਮੈਂ ਜ਼ਰੂਰ ਪਹੁੰਚੂ। ਸ਼ਿਵ ਸੈਨਾ ਵਿਰੋਧ ਦੇ ਵਿੱਚ ਤੇ ਜਿੱਥੇ ਇੰਤਜ਼ਾਰ ਕਰ ਰਹੀ ਹੈ, ਤਾਂ ਦੂਜੇ ਪਾਸੇ ਕਈ ਕਾਨੂੰਨੀ ਪਹਿਲੂ ਵੀ ਹੈਗੇ ਨੇ। ਕਿਹਾ ਜਾ ਸਕਦਾ ਕਿ ਹੁਣ ਦੇਖਣਾ ਹੋਊਗਾ ਕਿ ਅੱਗੇ ਕੰਗਨਾ ਨੂੰ ਲੈ ਕੇ ਰਾਜਨੀਤੀ ਵੀ ਕਿਤੇ ਨਾ ਕਿਤੇ ਹਾਵੀ ਹੁੰਦੀ ਹੋਈ ਦੇਖੀ ਜਾ ਰਹੀ ਹੈ। ਪਰ ਕੰਗਨਾ ਆਪਣੇ ਸਟੈਂਡ ਤੇ ਕਾਇਮ ਰਹਿੰਦੀ ਹੈ ਤੇ ਹੁਣ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਇੱਕ ਪੋਲੀਟੀਕਲ ਤੌਰ ਤੇ ਵੀ ਉਹਨੂੰ ਦੇਖਣ ਨੂੰ ਮਿਲਣਗੀਆਂ। ਇਹ ਕਿਹਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਵਾਰੀ ਬਿਆਨਬਾਜ਼ੀ ਨੂੰ ਲੈ ਕੇ ਕੰਗਨਾ ਫਿਰ ਚਰਚਾ ਦੇ ਵਿੱਚ ਲਗਾਤਾਰ ਬਣੀ ਹੋਈ ਹੈ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਮੋਹਾਲੀ।